ਜਿਹੜੀਆਂ ਕੁਤਾਹੀਆਂ ਕੀਤੀਆਂ ਪੀਟੀਸੀ ਨੂੰ ਆਊਟ ਆਫ ਦੀ ਵੇ ਜਾ ਕੇ ਸਾਰਾ ਕੰਟਰੋਲ ਦਿੱਤਾ ਜਾਂ ਈਟੀਸੀ ਚੈਨਲ ਤੋਂ ਅੰਦਰ ਖਾਤੇ ਹੀ ਸਾਰਾ ਜਿਸ ਤਰੀਕੇ ਨਾਲ ਉਹਨਾਂ ਨੇ ਪੀਟੀਸੀ ਵੱਲ ਟ੍ਰਾਂਸਫਰ ਕਰਤਾ ਮਿਸ ਪੰਜਾਬਨ ਕੰਟੈਸਟ ਦੇ ਵਿੱਚ ਉਹਦੇ ਪਿੱਛੇ ਜਿਹੜਾ ਸਾਰਾ ਕੁਝ ਹੈ ਬੇਸ਼ੱਕ ਇਹ ਕਹੀ ਜਾਣ ਵੀ ਸਾਡਾ ਕੋਈ ਉਹਦੇ ਨਾਲ ਸਾਡਾ ਸੰਬੰਧ ਨਹੀਂ, ਉਹ ਸਾਡੇ EMPLOYEE ਨਹੀਂ। ਸਵਾਲ ਹੈ ਉਹਨਾਂ ਦੇ ਕੰਟਰੈਕਟ ਤੇ ਉਹਨਾਂ ਦੇ ਚੈਨਲ ਤੇ ਇਹ ਸਾਰਾ ਕੁਝ ਹੁੰਦਾ, ਉਹ ਇਸ ਤੋਂ ਡਿਨਾਈ ਨਹੀਂ ਕਰ ਸਕਦੇ। ਇਹੋ ਜਿਹੇ ਜਿਹੜੇ ਚੈਨਲ ਨੂੰ ਤਾਂ ਬਿਲਕੁਲ ਹੀ ਦਰਬਾਰ ਸਾਹਿਬ ਦੇ ਅੰਦਰ ਜਾਣ ਨਹੀਂ ਦੇਣਾ ਚਾਹੀਦਾ, ਕੋਈ ਪ੍ਰਸਾਰ ਨਹੀਂ ਕਰਨਾ। ਪਰ ਲੱਗਦਾ ਕਿ ਜਿਸ ਤਰੀਕੇ ਨਾਲ ਪਿਛਲੇ ਲੰਮੇ ਸਮੇਂ ਤੋਂ ਮੰਗ ਉੱਠ ਰਹੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਹਿ ਤਾਂ ਦਿੰਦੇ ਨੇ ਦਬੀ ਆਵਾਜ਼ ਦੇ ਵਿੱਚ ਵੀ ਵੱਖਰਾ ਚੈਨਲ ਬਣਾ ਕੇ ਪ੍ਰਸਾਰਣ ਕਰਨਾ ਚਾਹੀਦਾ। ਦਬਾਅ ਕਿੱਥੇ ਹੈਗਾ, ਰੁਕ ਕਿੱਥੇ ਜਾਂਦੀ ਹੈ ਗੱਲ? ਅਕਾਲ ਤਖਤ ਦੇ ਜਥੇਦਾਰ ਕਹਿ ਰਹੇ ਆ ਉਹ ਤਾਂ ਐਵੇਂ ਟਾਈਮ ਉਸਨੇ ਬਾਏ ਕਰਨਾ, ਟਾਈਮ ਲੰਘਾਉਣਾ ਚਾਹੁੰਦੇ ਆ ਸਾਰਾ ਕੁਝ, ਜਾਣ ਬੁੱਝ ਕੇ ਕਿਹਾ ਵੀ ਇੰਨੇ ਲੋਕ ਭੁੱਲ ਜਾਣਗੇ ਸਾਰਾ। ਮਿਸ ਜਿਹੜਾ ਪੰਜਾਬਨ ਕੰਪੀਟੀਸ਼ਨ ਹੈ ਬਕਾਇਦਾ ਇਹ ਪੀਟੀਸੀ ਤੇ ਦਿਖਾਇਆ ਜਾਂਦਾ, ਕਰਵਾਇਆ ਜਾਂਦਾ, ਕਈ ਸਾਲਾਂ ਦਾ ਕਰਾਇਆ ਜਾਂਦਾ। ਇਹਦਾ ਮਤਲਬ ਬਹੁਤ ਸਾਲਾਂ ਤੋਂ ਇਹੋ ਜਿਹੇ ਸਾਰੇ ਧੰਦੇ ਚੱਲ ਰਹੇ ਸੀਗੇ। ਜਦੋਂ ਸੰਗਤ ਉੱਠਦੀ ਹੈ, ਲੋਕਾਂ ਦਾ ਪ੍ਰੈਸ਼ਰ ਉੱਠਦਾ, ਉਦੋਂ ਕੋਰਟ ਕਾਰਟ ਕਿਤੇ ਨਹੀਂ ਰੁਕਦੇ। ਅਸੀਂ ਸਿੱਖ ਸੰਗਤ ਦੀ ਗੱਲ ਕਰਦੇ ਔਰ ਉਹਨਾਂ ਕੋਲ ਤਾਂ ਹੱਕ ਹੀ ਨਹੀਂ ਬਣਦਾ ਸਿੱਖ ਸੰਗਤ ਦੇ ਤਰਫ ਤੋਂ ਬੋਲਣ ਦਾ, ਜਿਹੜੇ ਕਿ ਇੱਕ ਵਪਾਰੀ ਹੈ, ਇੱਕ ਕੰਪਨੀ ਹੈ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਤੁਹਾਡੇ ਧਿਆਨ ਦੇ ਵਿੱਚ ਇੱਕ ਮਸਲਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੋਣਾ ਹੈ ਕਿ ਜਿਸ ਤਰੀਕੇ ਨਾਲ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਲਗਾਤਾਰ ਇਹ ਸਵਾਲ ਉਠਾਏ ਜਾ ਰਹੇ ਨੇ ਕਿ ਇੱਕ ਨਿੱਜੀ ਚੈਨਲ ਦੀ ਉਸ ਤੇ ਏਕਾਧਿਕਾਰ ਕਿਉਂ ਹੈਗਾ। ਬਹੁਤ ਸਾਰੀਆਂ ਚਰਚਾਵਾਂ ਲਗਾਤਾਰਤਾ ਦੇ ਵਿੱਚ ਚੱਲ ਰਹੀਆਂ ਤੇ ਇਹ ਮਸਲਾ ਵੱਡੇ ਪੱਧਰ ਤੇ ਚੁੱਕਿਆ ਜਾ ਰਿਹਾ। ਸਾਡੇ ਨਾਲ ਜਸਪਾਲ ਸਿੰਘ ਸਿੱਧੂ ਨੇ ਗੱਲਬਾਤ ਕਰਕੇ ਸਮਝਣਾ। ਸਰ, ਮਸਲਾ ਬੜਾ ਗੰਭੀਰ ਹੈਗਾ, ਬੜੀਆਂ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਵੀ ਚੱਲਦੀਆਂ ਰਹੀਆਂ। ਅੱਜ ਰਿਪੋਰਟ ਤੁਸੀਂ ਇੱਕ ਪੇਸ਼ ਕੀਤੀ ਹੈ, ਇਹ ਰਿਪੋਰਟ ਕੀ ਆਪਣੇ ਵੱਲੋਂ ਪ੍ਰਸਾਰਿਤ ਕਰ ਰਹੀ ਹੈ ਜਾਂ ਕੀ ਆਪਣੇ ਵੱਲੋਂ ਦੱਸ ਰਹੀ ਹੈ ਕਿ ਅੱਜ ਸਮੇਂ ਦੀ ਲੋੜ ਹੈਗੀ ਕਿ ਫੈਸਲਾ ਲੈ ਲਿਆ ਜਾਵੇ? ਦੇਖੋ ਜੀ, ਜਿਹੜਾ ਗੁਰਬਾਣੀ ਹੈ ਇਹ ਧੁਰ ਦੀ ਬਾਣੀ ਹੈ ਤੇ ਇਸ ਦਾ ਕਦੇ ਵਪਾਰੀਕਰਨ ਨਹੀਂ ਹੋ ਸਕਦਾ। ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਭਾਈ ਜੀਵਨ ਸਿੰਘ ਤੇ ਚਤਰ ਸਿੰਘ ਸੀਗੇ, ਉਹ ਸਾਰਾ ਪ੍ਰਿੰਟਿੰਗ ਕਰਕੇ ਅੱਗੇ ਡਿਸਟ੍ਰੀਬਿਊਟ ਕਰਦੇ ਸੀ ਤੇ ਛਾਪਦੇ ਸੀ। ਉਹਦੇ ਵਿੱਚ ਕਈ ਕਿਸਮ ਦੀਆਂ ਬੇਹੁਰਮਤੀਆਂ ਤੇ ਗੁਰਬਾਣੀ ਦੀ ਬੇਅਦਬੀ ਹੁੰਦੀ ਸੀ। ਇਸ ਕਰਕੇ SGPC ਨੇ ਸਾਰਾ ਉਹਨਾਂ ਤੋਂ ਹੱਕ ਖੋਹ ਕੇ, ਕਿਸੇ ਵੀ ਕੰਪਨੀ ਦਾ ਹੱਕ ਨਹੀਂ ਰਹਿ ਗਿਆ। ਹੁਣ ਸਿਰਫ ਸ਼੍ਰੋਮਣੀ ਕਮੇਟੀ ਖੁਦ ਹੀ ਬੀੜਾਂ ਛਾਪ ਸਕਦੀ ਹੈ ਤੇ ਖੁਦ ਹੀ ਉਸ ਨੂੰ ਅੱਗੇ ਡਿਸਟ੍ਰੀਬਿਊਟ ਕਰ ਸਕਦੀ ਹੈ, ਹੋਰ ਕਿਸੇ ਦਾ ਅਧਿਕਾਰ ਨਹੀਂ ਹੈ। ਇਸੇ ਤਰੀਕੇ ਨਾਲ ਉਹ ਵੀ ਗੁਰਬਾਣੀ ਦੀ ਕਮੋਡਿਟੀ ਵਸਤੂਕਰਨ ਸੀਗਾ ਜਾਂ ਉਹਦੀ ਬੇਅਦਬੀ ਸੀ ਜਾਂ ਵਪਾਰੀਕਰਨ ਸੀਗਾ। ਇਹ ਵੀ ਇੱਕ ਹੋਰ ਨਵੇਂ ਰੂਟ ਰਾਹੀਂ ਬੇਅਦਬੀ ਤੇ ਬੇਹੁਰਮਤੀ ਹੋ ਰਹੀ ਹੈ, ਇਹ ਪ੍ਰਸਾਰਨ ਦੇ ਰਾਹੀਂ ਹੋ ਰਹੀ ਹੈ। ਇਹ ਵੀ ਤੁਰਤ ਬੰਦ ਹੋਣੀ ਚਾਹੀਦੀ ਹੈ। ਇਸ ਕਰਕੇ ਆ ਜਿਹੜੀਆਂ ਕੁਤਾਹੀਆਂ ਕੀਤੀਆਂ ਪੀਟੀਸੀ ਨੂੰ ਆਊਟ ਆਫ ਦੀ ਵੇ ਜਾ ਕੇ ਸਾਰਾ ਕੰਟਰੋਲ ਦਿੱਤਾ ਜਾਂ ਈਟੀਸੀ ਚੈਨਲ ਤੋਂ ਅੰਦਰ ਖਾਤੇ ਹੀ ਸਾਰਾ ਜਿਸ ਤਰੀਕੇ ਨਾਲ ਉਹਨਾਂ ਨੇ ਪੀਟੀਸੀ ਵੱਲ ਟ੍ਰਾਂਸਫਰ ਕਰਤਾ, ਇਹ ਸਾਰਾ ਕੁਛ ਤਾਂ ਅਸੀਂ ਰਿਪੋਰਟ 'ਚ ਦਿੱਤਾ। ਇਹਦੇ 'ਚ 78 ਜਿਹੜੀਆਂ ਡਾਕੂਮੈਂਟ ਜਿਹੜੇ SGPC ਦੇ ਓਰੀਜਨਲ ਡਾਕੂਮੈਂਟਾਂ ਦੀ ਕਾਪੀ ਲਾਈ ਹੈ ਤੇ ਉਹ ਸਾਰਾ ਕੁਝ ਇਹਦੇ 'ਚ ਡਿਟੇਲ ਦੱਸਦਾ। ਆਪਣੇ ਆਪ 'ਚ ਉਹ ਸਾਰੇ ਡਾਕੂਮੈਂਟ ਬੋਲਦੇ ਆ ਵੀ ਕਿਸ ਤਰੀਕੇ ਨਾਲ ਹੇਰਾਫੇਰੀ ਕੀਤੀ ਹੈ। ਅਸੀਂ ਇਸ ਹੇਰਾਫੇਰੀ ਦੇ ਵਿਰੁੱਧ ਹੈ ਤੇ ਫਿਰ ਫਿਲਹਾਲ ਜਿਹੜਾ ਹੁਣ ਇੱਥੇ ਕੇਸ ਹੋਇਆਗਾ, ਖਾਸ ਕਰਕੇ ਜਾ ਕੇ ਇੱਥੇ ਮੋਹਾਲੀ ਦੇ ਵਿੱਚ ਕੇਸ ਹੋਇਆ ਪੀਟੀਸੀ ਜਿਹੜੀ ਜਿਸ ਕਿਸਮ ਦੀ ਇਨਵੋਲਵ ਹੋਈ ਹੈ ਸਾਰੇ ਇਹ ਮਿਸ ਪੰਜਾਬਨ ਕੰਟੈਸਟ ਦੇ ਵਿੱਚ, ਉਹਦੇ ਪਿੱਛੇ ਜਿਹੜਾ ਸਾਰਾ ਕੁਝ ਹੈ ਬੇਸ਼ੱਕ ਇਹ ਕਹੀ ਜਾਣ ਵੀ ਸਾਡਾ ਕੋਈ ਉਹਦੇ ਨਾਲ ਸਾਡਾ ਸੰਬੰਧ ਨਹੀਂ, ਉਹ ਸਾਡੇ EMPLOYEE ਨਹੀਂ। ਸਵਾਲ ਹੈ ਉਹਨਾਂ ਦੇ ਕੰਟਰੈਕਟ ਤੇ ਉਹਨਾਂ ਦੇ ਚੈਨਲ ਤੇ ਇਹ ਸਾਰਾ ਕੁਝ ਹੁੰਦਾ, ਉਹ ਇਸ ਤੋਂ ਡਿਨਾਈ ਨਹੀਂ ਕਰ ਸਕਦੇ। ਤੇ ਇਹੋ ਜਿਹੇ ਜਿਹੜੇ ਚੈਨਲ ਨੂੰ ਤਾਂ ਬਿਲਕੁਲ ਹੀ ਦਰਬਾਰ ਸਾਹਿਬ ਦੇ ਅੰਦਰ ਜਾਣ ਨਹੀਂ ਦੇਣਾ ਚਾਹੀਦਾ, ਕੋਈ ਪ੍ਰਸਾਰ ਨਹੀਂ ਕਰਨ ਦੇਣਾ ਚਾਹੀਦਾ। ਬੜੀ ਅਹਿਮ ਤੁਸੀਂ ਗੱਲ ਕਹੀ ਹੈ ਕਿ ਜਿਸ ਤਰੀਕੇ ਨਾਲ ਇੱਕ ਚੈਨਲ ਦੇ, ਕਿਉਂਕਿ ਇਹ ਗੱਲ ਚੱਲਦੀ ਰਹੀ ਹੈ ਪਹਿਲਾਂ ਵੀ ਕਿ ਪੀਟੀਸੀ ਇੱਕ ਅਜਿਹਾ ਵਾਦ ਚੈਨਲ ਹੈ ਜਿਹੜਾ ਇਦਾਂ ਦੀਆਂ ਚੀਜ਼ਾਂ ਨਹੀਂ ਪਰੋਸਦਾ, ਪਰ ਹੁਣ ਇਹ ਕੇਸ ਨੇ ਬੜੇ ਵੱਡੇ ਸਵਾਲ ਖੜੇ ਕਰ ਦਿੱਤੇ। ਹਾਲਾਂਕਿ ਆਪਣੇ ਵੱਲੋਂ ਪੱਖ ਸਪਸ਼ਟ ਕਰ ਰਹੇ ਨੇ ਕਿ ਸਾਡਾ ਉਹਨਾਂ ਦੇ ਨਾਲ ਕੋਈ ਰਾਬਤਾ ਨਹੀਂ ਜਾਂ ਕਨੈਕਸ਼ਨ ਨਹੀਂ ਹੈਗਾ, ਮਾਮਲਾ ਵੀ ਅਦਾਲਤਾਂ ਦੇ ਵਿੱਚ ਹੈਗਾ, ਅਦਾਲਤ ਨੇ ਹੁਣ ਅੱਗੇ ਕੀ ਫੈਸਲਾ ਲੈਣਾ ਉਸ ਤੋਂ ਬਾਅਦ ਪਤਾ ਲੱਗੂਗਾ। ਪਰ ਲੱਗਦਾ ਕਿ ਜਿਸ ਤਰੀਕੇ ਨਾਲ ਪਿਛਲੇ ਲੰਮੇ ਸਮੇਂ ਤੋਂ ਮੰਗ ਉੱਠ ਰਹੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਹਿ ਤਾਂ ਦਿੰਦੇ ਨੇ ਦਬੀ ਆਵਾਜ਼ ਦੇ ਵਿੱਚ ਵੀ ਵੱਖਰਾ ਚੈਨਲ ਬਣਾ ਕੇ ਪ੍ਰਸਾਰਣ ਕਰਨਾ ਚਾਹੀਦਾ। ਦਬਾਅ ਕਿੱਥੇ ਹੈਗਾ, ਰੁਕ ਕਿੱਥੇ ਜਾਂਦੀ ਹੈ ਗੱਲ? ਦੇਖੋ, ਪਹਿਲੀ ਗੱਲ ਤਾਂ ਜੋ ਅਕਾਲ ਤਖਤ ਦੇ ਜਥੇਦਾਰ ਕਹਿ ਰਹੇ ਆ ਉਹ ਤਾਂ ਐਵੇਂ ਟਾਈਮ ਉਸਨੇ ਬਾਏ ਕਰਨਾ, ਟਾਈਮ ਲੰਘਾਉਣਾ ਚਾਹੁੰਦੇ ਆ ਸਾਰਾ ਕੁਝ, ਜਾਣ ਬੁੱਝ ਕੇ ਕਿਹਾ ਵੀ ਇੰਨੇ ਲੋਕ ਭੁੱਲ ਜਾਣਗੇ ਸਾਰਾ। ਉਹ ਤਾਂ ਇੱਕ ਟਾਈਡ ਹੈ ਜਿਹੜਾ ਉਬਾਲ ਜਾ ਆਇਆ, ਉਹਨੂੰ ਠੰਡਾ ਪਾਉਣ ਦੀ ਕੋਸ਼ਿਸ਼ ਹੈ। ਅਕਾਲ ਤਖਤ ਦੇ ਜਥੇਦਾਰ ਦਾ ਜਿਹੜਾ ਸਾਰਾ ਬਿਆਨ ਹੈ ਉਹਦੇ ਵਿੱਚ ਕੋਈ ਸੰਜੀਦਗੀ ਨਹੀਂ ਹੈ। ਅੱਛਾ, ਦੂਸਰੇ ਪਾਸੇ ਜਿਹੜਾ ਹੈ ਵੀ ਇਹ ਕਿੰਨਾ ਜ਼ੋਰ ਲਾ ਲੈਣ ਵੀ ਸਾਡਾ ਉਹਦੇ ਨਾਲ ਸੰਬੰਧ ਨਹੀਂ। ਇਹਨਾਂ ਦੇ MD ਦੇ ਉੱਤੇ ਜਿਹੜਾ ਅਫੀਸ਼ੀਅਲ MD ਹੈਗਾ ਰਵਿੰਦਰ ਨਾਰਾਇਣ, ਉਹਦੇ ਨਾਂ ਤੇ ਤਾਂ ਪਰਚਾ ਦਰਜ ਹੋਇਆ, ਕਿਵੇਂ ਮੁੱਕਰ ਸਕਣਗੇ? ਉਹ ਜਿਹੜੀ ਕੁੜੀ ਕੋਈ ਕਿਸੇ ਕਿਸਮ ਦੀ ਨੈਣੀ ਘੁੰਮਣ ਹੈ, ਨੈਂਸੀ ਘੁੰਮਣ ਹੈ, ਉਹ ਕੀ ਆ ਕੀ ਨਹੀਂ ਉਹਦੇ ਬਾਰੇ ਕਿਸੇ ਦਾ ਕੋਈ ਧਿਆਨ ਨਹੀਂ ਹੈ। ਸਵਾਲ ਇਹ ਆ ਵੀ ਤੁਹਾਡੇ ਚੈਨਲ ਵਿਰੁੱਧ ਜਿਹੜਾ ਜਦੋਂ
ਪਰਚਾ ਦਰਜ ਹੋ ਗਿਆ, ਤੁਸੀਂ ਖੁਦ ਜ਼ਿੰਮੇਵਾਰ ਹੋ। ਇਹ ਮਿਸ ਜਿਹੜਾ ਪੰਜਾਬਣ ਕੰਪੀਟੀਸ਼ਨ ਹੈ, ਬਕਾਇਦਾ ਇਹ ਪੀਟੀਸੀ ਤੇ ਦਿਖਾਇਆ ਜਾਂਦਾ, ਕਰਵਾਇਆ ਜਾਂਦਾ, ਕਈ ਸਾਲਾਂ ਦਾ ਕਰਾਇਆ ਜਾਂਦਾ। ਇਹਦਾ ਮਤਲਬ ਬਹੁਤ ਸਾਲਾਂ ਤੋਂ ਇਹੋ ਜਿਹੇ ਸਾਰੇ ਧੰਦੇ ਚੱਲ ਰਹੇ ਸੀਗੇ। ਹੁਣ ਕੁਦਰਤੀ ਇਹ ਫਸ ਗਏ ਸਾਰੇ ਕਿਸੇ ਇਸ ਮੌਕੇ ਤੇ ਆ ਕੇ। ਹੁਣ ਲੋਕਾਂ ਦੇ ਬਿਲਕੁਲ ਸਾਹਮਣੇ ਆ ਗਿਆ। ਬਹੁਤ ਲੋਕਾਂ ਨੂੰ ਪਹਿਲਾਂ ਵੀ ਪਤਾ ਸੀ, ਪਰ ਹੁਣ ਸਾਹਮਣੇ ਆਉਣ ਕਰਕੇ ਹੁਣ ਤਾਂ ਬਿਲਕੁਲ ਹੀ ਨੈਤਿਕ ਹੱਕ ਨਹੀਂ ਰਿਹਾ ਇਸ ਪੀਟੀਸੀ ਚੈਨਲ ਦਾ ਵੀ ਉਹ ਗੁਰਬਾਣੀ ਦਾ ਪ੍ਰਸਾਰਣ ਕਰਨ। ਜਸਪਾਲ ਜੀ, ਤੁਸੀਂ ਵੀ ਕਿਉਂਕਿ ਜਾਣਕਾਰੀ ਰੱਖਦੇ ਹੋ ਕਿ ਮਾਮਲਾ ਅਦਾਲਤ ਦੇ ਵਿੱਚ ਹੈਗਾ, ਫੈਸਲਾ ਉਹਨਾਂ ਨੇ ਕਰਨਾ। ਅਦਾਲਤ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ 'ਤੇ ਅਸੀਂ ਟਿਕਾ ਟਿੱਪਣੀ ਜ਼ਿਆਦਾ ਨਹੀਂ ਕਰ ਸਕਦੇ, ਪਰ ਜਿਸ ਤਰੀਕੇ ਨਾਲ ਹੁਣ ਗੁਰਬਾਣੀ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਹੈ, ਤੁਸੀਂ ਜਿਹੜੇ ਇਹਦੇ ਵਿੱਚ ਕੁਝ ਪੁਆਇੰਟ ਦੱਸੇ ਸੀਗੇ ਕਿ ਪੈਸੇ ਦਾ ਕਿਸ ਤਰੀਕੇ ਨਾਲ ਇੱਧਰ ਉੱਧਰ ਗਬਨ ਹੋ ਰਿਹਾ ਹੈ, ਇਹ ਪੈਸਿਆਂ ਦਾ ਥੋੜਾ ਜਿਹਾ ਵੇਰਵਾ ਜ਼ਰੂਰ ਦੱਸਿਓ। ਕਿੰਨੇ ਕੁ ਪੈਸਿਆਂ ਦਾ ਗਬਨ ਹੋ ਰਿਹਾ ਜਾਂ ਕਿੰਨਾ ਕੁ ਪੈਸਾ ਇੱਧਰ ਉੱਧਰ ਕੀਤਾ ਜਾ ਰਿਹਾ, ਵਪਾਰੀਕਰਨ ਕਿਸ ਤਰੀਕੇ ਨਾਲ? ਦੇਖੋ, ਇਹ ਛੋਟੀਆਂ ਗੱਲਾਂ ਬਹੁਤ ਜ਼ਿਆਦੀਆਂ। ਪੈਸਾ ਕਿੰਨਾ ਹੋ ਰਿਹਾ, 2 ਕਰੋੜ ਦਾ, 3 ਕਰੋੜ ਦਾ, ਇਹ ਬਹੁਤ ਛੋਟੀ ਗੱਲਬਾਤ ਹੈ। 1000 ਕਰੋੜ ਦਾ SGPC ਦਾ ਬਜਟ ਹੈ ਤੇ ਸਿੱਖ ਇੰਨਾ ਹੀ ਹੋਰ ਇਕੱਠਾ ਕਰ ਸਕਦੇ। ਐਡੀ ਕੋਈ ਗੱਲ ਨਹੀਂ ਹੈ, ਛੋਟੀਆਂ ਗੱਲਾਂ ਇਹਦੇ 'ਚ ਨਹੀਂ। ਬਾਕੀ ਜਿੱਥੋਂ ਤੱਕ ਕੋਰਟ ਤੱਕ ਹੈ, ਜਦੋਂ ਸੰਗਤ ਉੱਠਦੀ ਹੈ, ਲੋਕਾਂ ਦਾ ਪ੍ਰੈਸ਼ਰ ਉੱਠਦਾ, ਉਦੋਂ ਕੋਰਟ ਕਾਰਟ ਕਿਤੇ ਨਹੀਂ ਰੁਕਦੇ। ਉਦੋਂ ਤਾਂ ਪਾਰਲੀਮੈਂਟ ਨੂੰ ਵੀ ਖੇਤੀ ਕਾਨੂੰਨ ਸਾਰੇ ਪਾਸ ਕੀਤੇ ਵੇ ਵੀ ਆਪ ਹੀ ਆਪਣੇ ਲਿਆ ਕੇ ਰੱਦ ਕਰਨੇ ਪਏ ਸੀ, ਤੇ ਇਹ ਸਾਰਾ ਕੁਝ ਰੱਦ ਹੁਣ ਲੋਕਾਂ ਦੀ ਕੋਰਟ 'ਚ ਗਿਆ, ਸੰਗਤ ਦੀ ਕਚਹਿਰੀ 'ਚ ਸਾਰਾ ਕੁਝ ਅਸੀਂ ਲੈ ਕੇ ਗਏ ਹਾਂ। ਇਹ ਦੁਨਿਆਵੀ ਕਚਹਿਰੀਆਂ ਫਿਰ ਉਹਦੇ ਅੱਗੇ ਖੜ੍ਹਦੀਆਂ ਨਹੀਂ ਹੁੰਦੀਆਂ। ਇਸ ਕਰਕੇ ਅਸੀਂ ਇਸ 'ਤੇ ਖੁੱਲ੍ਹ ਕੇ ਬੋਲਦੇ ਹਾਂ। ਅਸੀਂ ਬੋਲਦੇ ਹਾਂ, ਸੰਗਤ ਦੀ ਜ਼ਮੀਰ ਜਾਗੂਗੀ। ਬਹੁਤ ਲੋਕਾਂ ਦੀ ਜ਼ਮੀਰ ਵਾਲੇ ਸਿੱਖ ਹੈਗੇ ਆ, ਉਹ ਆਪੇ ਫੈਸਲਾ ਕਰਨਗੇ। ਸਿਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਇੱਕ ਨਿੱਜੀ ਚੈਨਲ ਦੇ ਜਿਹੜੇ ਉੱਥੇ ਅਧਿਕਾਰੀ ਹੈਗੇ ਨੇ, ਉਹ ਕੇਸ ਨੂੰ ਦੱਬਣ ਦੀ ਆਪਣੇ ਹਿਸਾਬ ਨਾਲ ਕੋਸ਼ਿਸ਼ ਕਰ ਰਹੇ ਨੇ। ਉਹ ਹੁਣ ਕੁਝ ਵੀਡੀਓ ਵੀ ਜਾਰੀ ਕਰ ਰਹੇ ਨੇ ਕਿ ਜਿਹੜੀਆਂ ਲੜਕੀਆਂ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਂਦੀਆਂ ਪੂਰੀ ਤਰ੍ਹਾਂ ਸੁਰੱਖਿਅਤ ਨੇ। ਉਹ ਵੀ ਵੀਡੀਓ ਜਾਰੀ ਕੀਤੀਆਂ ਗਈਆਂ। ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਪ੍ਰੂਫ ਦੇ ਦਿਓ ਵੀ ਉਹ ਜਿਹੜੀ ਲੜਕੀ ਦਾ ਨਾਮ ਲਿਆ ਜਾ ਰਿਹਾ ਕਿ ਨੈਂਸੀ ਘੁੰਮਣ ਨਾਲ ਸਾਡਾ ਕੋਈ ਸੰਬੰਧ ਆ, ਜਿਹੜਾ ਕੋਈ ਪ੍ਰੂਫ ਦੇ ਦੂਗਾ ਉਹਨੂੰ ਵੀ ਅਸੀਂ ਰਾਸ਼ੀ ਜਿਹੜੀ ਹੈ ਨਗਦ ਰਾਸ਼ੀ ਦੇਵਾਂਗੇ ਜੇ ਕੋਈ ਸਾਡਾ ਉਹਦੇ ਨਾਲ ਕਨੈਕਸ਼ਨ ਪ੍ਰੂਫ ਕਰ ਦੇਵੇ। ਨਾਲ ਦੀ ਨਾਲ ਜਿਹੜੀ ਗੁਰਬਾਣੀ ਨੂੰ ਲੈ ਕੇ ਜ਼ਿਕਰ ਚੱਲ ਰਿਹਾ ਸੀ, ਕਹਿੰਦੇ ਕਿ ਕੁਝ ਕੁ ਜਿਹੜੇ ਜਥੇਬੰਦੀਆਂ ਨੇ ਜਿਹੜੀਆਂ ਇਸ ਚੀਜ਼ ਦਾ ਵਿਰੋਧ ਕਰ ਰਹੀਆਂ, ਸਿੱਖ ਸੰਗਤ ਵਿਰੋਧ ਨਹੀਂ ਕਰ ਰਹੀ। ਇਹ ਬੜੀ ਮੈਨੂੰ ਲੱਗਦਾ ਕਿ ਮਹੱਤਵਪੂਰਨ ਗੱਲ ਹੈ ਇੱਥੇ ਕਿ ਸਿੱਖ ਸੰਗਤ ਵਿਰੋਧ ਨਹੀਂ ਕਰ ਰਹੀ, ਕੁਝ ਜਥੇਬੰਦੀਆਂ ਵਿਰੋਧ ਕਰ ਰਹੀਆਂ। ਦੇਖੋ, ਹਮੇਸ਼ਾ ਸਿੱਖ ਸੰਗਤ ਆਪਣੇ ਆਪ ਵਿੱਚ ਲੂਜ਼ ਤੇ ਅਬਸਟਰੈਕਟ ਟਰਮ ਹੈ। ਸਿੱਖ ਸੰਗਤ ਦੇ ਵਿੱਚ ਜਦੋਂ ਕੋਈ ਆਰਗੇਨਾਈਜ਼ਡ ਸੰਸਥਾ ਹੋਵੇ ਉਹੀ ਵਿਰੋਧ ਕਰਦੀ ਹੈ। ਸਾਡਾ ਕੇਂਦਰੀ ਸਿੰਘ ਸਭਾ, ਅਸੀਂ ਓਪਨਲੀ ਵਿਰੋਧ ਕਰਦੇ ਹਾਂ। ਤਾਂ ਕਦੋਂ ਦੇ ਕਰ ਰਹੇ ਹਾਂ? 4 ਸਾਲ ਦੇ ਕਰ ਰਹੇ ਹਾਂ ਸਾਰੀ ਗੱਲ ਦਾ। ਜਿੱਥੇ ਕੋਈ ਆਰਗੇਨਾਈਜ਼ਡ ਸੰਸਥਾ ਹੋਊਗੀ ਉਹ ਵਿਰੋਧ ਕਰਦੀ ਹੈ। ਸੰਗਤ ਵਿਚਾਰੀ ਲੂਜ਼ ਲੈਵਲ ਤੇ ਕਿਸ ਤਰ੍ਹਾਂ ਕਰੇ? ਉਹ ਥਾਂ ਖਿਲ ਰਹੇ ਆਪਦੇ ਘਰੇ ਦਰਿਆਵੀ ਕੰਮਾਂ 'ਚ ਹੈਗੇ। ਇਸ ਕਰਕੇ ਇਹਦਾ ਕੋਈ ਮੁਕਾਬਲਾ ਨਹੀਂ। ਇਹ ਤਾਂ ਜਿਵੇਂ ਟਾਲਣ ਵਾਲੀ ਗੱਲਬਾਤ ਹੈ। ਇਹ ਕੋਈ ਆਰਗੂਮੈਂਟ ਨਹੀਂ ਹੁੰਦਾ, ਇਹ ਪੇਤਲੇ ਆਰਗੂਮੈਂਟ ਹੈ। ਇਹ ਕੋਈ ਇਹਨਾਂ ਦੀ ਕੀਮਤ ਨਹੀਂ ਇਹੋ ਜਿਹੇ ਆਰਗੂਮੈਂਟ ਦੀ, ਦਲੀਲਾਂ ਦੀ। ਤੇ ਇਸ ਕਰਕੇ ਅਸੀਂ ਵੀ ਜਿਹੜਾ ਬੋਲ ਰਹੇ ਹਾਂ, ਅਸੀਂ ਸਿੱਖ ਸੰਗਤ ਦੀ ਆਵਾਜ਼ ਸਾਡੇ ਤੱਕ ਪਹੁੰਚਦੀ ਹੈ, ਉਹ ਅਸੀਂ ਅੱਗੇ ਲਿਆ ਰਹੇ ਹਾਂ। ਜੇ ਸਿੱਖ ਸੰਗਤ ਦੀ ਆਵਾਜ਼ ਸਾਨੂੰ ਨਾ ਸੁਣਨੀ ਆਊਗੀ, ਜਿਨ੍ਹਾਂ ਦਾ ਕੋਈ ਨਿਸ਼ਕਾਮ ਲੈਵਲ ਤੇ ਅਸੀਂ ਸੇਵਾ ਕਰਦੇ ਆ, ਤਾਂ ਉਹ ਜਿਨ੍ਹਾਂ ਨੂੰ ਪੈਸੇ ਬਣਦੇ ਉਹ ਸੁਣਨਗੇ। ਉਹਨਾਂ ਨੂੰ ਸਿੱਖ ਸੰਗਤ ਦਾ ਕਿੱਥੋਂ ਪਤਾ ਲੱਗ ਗਿਆ? ਸਾਨੂੰ ਪਤਾ ਵੀ ਸਿੱਖ ਸੰਗਤ ਕੀ ਮਹਿਸੂਸ ਕਰਦੀ ਹੈ, ਉਹਨਾਂ ਨੂੰ ਕਿਸ ਕਿਸਮ ਦੀਆਂ ਪ੍ਰੋਬਲਮਾਂ ਹੈਗੀਆਂ। ਤੇ ਅਸੀਂ ਸਿੱਖ ਸੰਗਤ ਦੀ ਗੱਲ ਕਰਦੇ ਔਰ ਉਹਨਾਂ ਕੋਲ ਤਾਂ ਹੱਕ ਹੀ ਨਹੀਂ ਬਣਦਾ ਸਿੱਖ ਸੰਗਤ ਦੇ ਤਰਫ ਤੋਂ ਬੋਲਣ ਦਾ, ਜਿਹੜੇ ਕਿ ਇੱਕ ਵਪਾਰੀ ਹੈ, ਇੱਕ ਕੰਪਨੀ ਹੈ। ਤੁਸੀਂ ਇੱਕ ਬੜੀ ਅਹਿਮ ਗੱਲ ਕਹੀ ਕਿ ਜਿਸ ਤਰੀਕੇ ਨਾਲ ਕੁਝ ਤਰੀਕੇ ਵੀ ਹੈਗੇ ਨੇ ਕਿ ਗੁਰਬਾਣੀ, ਕਿਉਂਕਿ ਹਰ ਇੱਕ ਵਿਅਕਤੀ ਜਿਹੜਾ ਆਸਥਾ ਰੱਖਦਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ, ਉਹ ਧਰਮਾਂ ਦੇ ਵਿੱਚ ਨਹੀਂ ਹੈਗਾ। ਉਹ ਵੱਖ-ਵੱਖ ਡਾਇਸਪੋਰਾ ਦੇ ਵਿੱਚ ਲੋਕ ਜਿਹੜੇ ਰਹਿੰਦੇ ਨੇ, ਸਾਰੇ ਉਸ ਦੀ ਆਸਥਾ ਦੇ ਵਿੱਚ ਰੱਖਦੇ ਨੇ। ਅਸੀਂ ਦੇਖਦੇ ਹਾਂ ਕਿ ਹਿੰਦੂਆਂ ਨੇ, ਮੁਸਲਮਾਨਾਂ ਨੇ, ਜਾਂ ਬਹੁਤ ਸਾਰੇ ਲੋਕ ਜਿਹੜੇ ਦੁਕਾਨਦਾਰੀ ਕਰਦੇ ਨੇ, ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਉੱਥੋਂ ਹੀ ਚੱਲਦਾ, ਉਸ ਚੈਨਲ ਤੋਂ ਚੱਲਦਾ ਹੈਗਾ। ਤਾਂ ਤੁਹਾਨੂੰ ਕੀ ਲੱਗਦਾ ਕਿ ਤਰੀਕੇ ਕਿਹੜੇ ਹੈਗੇ ਨੇ ਇਸ ਵੇਲੇ ਜਿਨ੍ਹਾਂ ਨੂੰ ਵਰਤ ਕੇ ਸਿੱਧੇ ਤੌਰ ਤੇ ਸੰਗਤ ਤੱਕ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਹੈ ਉਹ ਪਹੁੰਚਾਇਆ ਜਾ ਸਕਦਾ? ਕਿਉਂਕਿ ਪਿੱਛੇ ਤੁਹਾਡੇ ਧਿਆਨ ਦੇ ਵਿੱਚ ਵੀ ਹੋਣਾ ਇਹ ਚੀਜ਼, ਅੰਦਰ ਵੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਕਾਪੀਰਾਈਟ ਦਾ ਕੇਸ ਵੀ ਪਾ ਦਿੱਤਾ ਗਿਆ ਬਹੁਤ ਸਾਰੇ ਚੈਨਲ ਜਦੋਂ ਇਸ ਗੁਰਬਾਣੀ ਨੂੰ ਲੋਕਾਂ ਤੱਕ ਪਹੁੰਚਾਉਂਦੇ ਸੀ। ਦੇਖੋ, ਕਾਪੀਰਾਈਟ ਤੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਉਹਨਾਂ ਨੇ ਖੁਦ ਹੀ ਵਾਪਸ ਲੈ ਲਏ। ਉਹਨਾਂ ਨੂੰ ਪਤਾ ਲੱਗ ਗਿਆ ਵੀ ਗਲਤ ਅਸੀਂ ਸਟੈਂਡ ਲੈ ਲਿਆ। ਤੇ ਬਾਕੀ ਜਿੱਥੋਂ ਤੱਕ ਹੈਗਾ ਵੀ ਇਹ ਅਸੀਂ ਕਿਵੇਂ ਕਰਾਂਗੇ, ਸਾਰਾ ਕਰਨਗੇ, ਇਹ ਬਿਲਕੁਲ ਲੋਕਾਂ ਕੋਲ ਅਧਿਕਾਰ ਹੈਗਾ, ਲੋਕ ਕਰ ਲੈਣਗੇ। ਇਹ ਕਿਸੇ ਪਾਸੇ ਨਹੀਂ ਜਾਂਦਾ। ਇਹ ਐਂ ਕੰਪਨੀਆਂ ਚੱਲ ਨਹੀਂ ਸਕਦੀਆਂ ਜਿੰਨੇ ਚਿਰ ਲੋਕ ਆਵਾਜ਼ ਨਹੀਂ ਉਠਾਉਂਦੇ, ਆਵਾਜ਼ ਇਕੱਠੀ ਬੁਲੰਦ ਨਹੀਂ ਹੁੰਦੀ, ਉਹਨਾਂ ਚਿਰ ਚੱਲੀ ਜਾਂਦਾ ਰਹਿੰਦਾ ਕੰਮ। ਹੁਣ ਲੋਕਾਂ ਨੇ ਆਵਾਜ਼ ਬਾਕੀ ਦੂਜੇ ਪਾਸੇ ਇੱਕ ਮੀਡੀਆ ਦੇ ਵਿੱਚ ਬਹੁਤ ਵੱਡਾ ਹੁਣ ਇੱਕ ਤਰ੍ਹਾਂ ਦਾ ਰੈਵੋਲੂਸ਼ਨ ਆਇਆ ਵਾ। ਸੋਸ਼ਲ ਮੀਡੀਆ ਬਹੁਤ ਵੱਡੇ ਲੈਵਲ ਤੇ, ਕੋਈ ਚੀਜ਼ ਛੁਪੀ ਨਹੀਂ ਰਹਿ ਸਕਦੀ, ਕੋਈ ਫੋਟੋ ਨਹੀਂ ਛੁਪੀ ਰਹਿ ਸਕਦੀ। ਹੁਣ ਇਹ ਸਾਰੀ ਗੱਲ ਲੋਕਾਂ ਤੱਕ ਪਹੁੰਚ ਗਈ ਹੈ। ਤੇ ਵਿਦੇਸ਼ਾਂ 'ਚ ਬਹੁਤ ਦੇਰ ਦੇ ਰੈਜੋਲੂਸ਼ਨ ਪੈ ਰਹੇ ਆ। ਸਾਰੇ ਗੁਰਦੁਆਰਿਆਂ ਦੇ ਇਕੱਠੇ ਹੋ ਕੇ, ਗੁਰਦੁਆਰੇ 100 200 400 ਗੁਰਦੁਆਰਿਆਂ ਨੇ ਇਕੱਠੇ ਹੋ ਕੇ ਉਹਨਾਂ ਦੀ ਮੈਨੇਜਮੈਂਟਾਂ ਨੇ ਪਾਏ ਹੈ ਰੈਜੋਲੂਸ਼ਨ। ਇਸ ਕਰਕੇ ਛੋਟੀ ਗੱਲ ਨਹੀਂ ਹੈ। ਇਹ ਪਾਵਰ ਨਾਲ ਦਬਾਇਆ ਹੋਇਆ ਸੀ ਸਾਰਾ ਕੁਝ। ਹੁਣ ਪਾਵਰ ਤੋਂ ਬਾਹਰ ਆ ਤਾਂ ਨਹੀਂ ਰਹਿਣਾ ਹੁਣ ਉਹਨਾਂ ਕੋਲੇ। ਪਾਵਰ ਨਾਲ ਦਬਾਉਣਗੇ, ਦੇਖੀ ਜਾਵਾਂਗੇ। ਜੇ ਇਹ ਭਗਵੰਤ ਮਾਨ ਦੀ ਸਰਕਾਰ ਦੀ ਵੀ ਇਸ ਕਿਸਮ ਦੀ ਦਬਾਉਣਾ ਚਾਹੂਗੀ ਤਾਂ ਚਲੋ
ਦੇਖਿਆ ਜਾਊਗਾ। ਲੋਕ ਦੇਖ ਰਹੇ ਆ ਸਾਰਾ ਕੁਝ। ਹੁਣ ਲੋਕਾਂ ਨੂੰ ਅਸੀਂ ਅਵੇਅਰ ਕਰਨਾ, ਉਹਨਾਂ ਦੇ ਕੋਲੇ ਮਸਲਾ ਲੈ ਕੇ ਜਾਣਾ, ਫੈਸਲਾ ਲੋਕਾਂ ਨੇ ਕਰਨਾ। ਜਿਹੜੇ ਤੁਸੀਂ ਹੁਣੀ ਆ ਵੀ ਅਖੀਰ ਤੇ ਇੱਕ ਗੱਲ ਕਹੀ ਕਿ ਲੋਕਾਂ ਤੱਕ ਮਸਲਾ ਲੈ ਕੇ ਜਾਣਾ, ਲੱਗਦਾ ਕਿ ਇਸ ਵੇਲੇ ਸਮੇਂ ਦੀ ਮੰਗ ਵੀ ਹੈਗੀ ਕਿ ਲੋਕ ਲਹਿਰ ਬਣੇ ਜਿਹੜੀ ਇਸ ਪੂਰੇ ਮਸਲੇ ਨੂੰ ਧਿਆਨ ਦੇ ਨਾਲ ਦੇਖੇ, ਵਾਚੇ ਤੇ ਇਸ ਦਾ ਫੈਸਲਾ ਕਰੇ, ਨਾ ਕਿ ਸਿਰਫ ਦੇਖ ਕੇ ਉਸ ਤੋਂ ਬਾਅਦ ਕਹੇ ਕਿ ਹਾਊ ਫਿਰ ਕੋਈ ਨਹੀਂ ਫਿਰ ਦੇਖਾਂਗੇ। ਨਹੀਂ, ਲੋਕਾਂ ਨੇ ਆਪੇ ਕਰ ਲੈਣਾ ਫੈਸਲਾ। ਮੰਗ ਤਾਂ ਹਮੇਸ਼ਾ ਹੀ ਹੁੰਦੀ ਆ ਵੀ ਲੋਕ ਫੈਸਲਾ ਕਰਨ, ਇਕੱਠੇ ਹੋਣ, ਕਰਨਗੇ ਲੋਕ। ਤੇ ਹੁਣ ਪੰਜਾਬ ਦੇ ਅੱਗੇ ਕਿਸਾਨੀ ਮੋਰਚੇ 'ਚ ਵੀ ਲੋਕ ਖੜੇ ਹੋਇਆ ਤੇ ਹੁਣ ਖੜੇ ਹੋਣ ਲੱਗ ਗਏ ਤੇ ਲੋਕ ਆਪਣੇ ਹੱਕਾਂ ਲਈ ਖੜੇ ਹੋਣਗੇ। ਥੈਂਕ ਯੂ। ਸਨ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਜਿਨ੍ਹਾਂ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਮਸਲਾ ਹੈ ਕੀ। ਸਾਫ਼ ਤੌਰ ਤੇ ਕਹਿੰਦੇ ਨੇ ਕਿ ਬੜੀ ਗੰਭੀਰ ਸਮੱਸਿਆ ਹੈਗੀ ਇਹ, ਬੜੇ ਲੰਮੇ ਸਮੇਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਇਸ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਤੇ ਆਖਿਰਕਾਰ ਅਸੀਂ ਇਹ ਰਿਪੋਰਟ ਜਿਹੜੀ 2020 ਤੋਂ ਸ਼ੁਰੂ ਕੀਤੀ ਹੋਈ ਸੀ, ਇਹਦੇ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ, ਅਧਿਕਾਰਕ ਜਾਣਕਾਰੀਆਂ ਇਕੱਠੀਆਂ ਕੀਤੀਆਂ ਨੇ ਤੇ ਉਹ ਜਾਣਕਾਰੀਆਂ ਅਸੀਂ ਇਸ ਰਿਪੋਰਟ ਦੇ ਜ਼ਰੀਏ ਪੇਸ਼ ਕੀਤੀਆਂ ਨੇ। ਉਮੀਦ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੰਗਤ ਜਾਗੇ ਅਤੇ ਇਸ ਮਸਲੇ ਦਾ ਜਲਦੀ ਕੋਈ ਨਵੇੜਾ ਕਰੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਸੁਨੀਲ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।